ਲਾਈਟ ਰਿਫਲੈਕਸ਼ਨ ਤੇ ਰਿਫਰੈਕਸ਼ਨ ਵਾਲਾ ਯੂਨਿਟ। ਫਸਟ ਆਪਾਂ ਲਾਈਟ ਬਾਰੇ ਸਟੱਡੀ ਕੀਤਾ ਵੀ ਲਾਈਟ ਸਟ੍ਰੇਟ ਲਾਈਨ ਦੇ ਵਿੱਚ ਟਰੈਵਲ ਕਰਦੀ ਹੈ। ਫਿਰ ਆਪਾਂ ਸਟੱਡੀ ਕੀਤਾ ਸੀ ਵੀ ਜਿਹੜੀ ਲਾਈਟ ਹੈ ਉਹਦੀ ਰਿਫਲੈਕਸ਼ਨ ਯਾਨੀ ਕਿ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਗਾ ਕਿਸੇ ਵੀ ਪੋਲਿਸ਼ ਕੀਤੀ ਹੋਈ ਸਤ੍ਹਾ ਦੇ ਉੱਪਰ ਪਾਵਾਂਗੇ। ਉਹਦੇ 'ਚ ਅਸੀਂ ਐਂਗਲ ਆਫ ਇੰਸੀਡੈਂਸ, ਐਂਗਲ ਆਫ ਰਿਫਲੈਕਸ਼ਨ, ਇੰਸੀਡੈਂਟ ਰੇ ਤੇ ਰਿਫਲੈਕਟਡ ਰੇ ਬਾਰੇ ਸਟੱਡੀ ਕੀਤੀ। ਨੈਕਸਟ ਅੱਗੇ ਆਪਾਂ ਪੜ੍ਹਿਆ ਸੀ ਲਾਜ਼ ਆਫ ਰਿਫਲੈਕਸ਼ਨ ਬਾਰੇ ਵੀ ਜਿਹੜੀ ਇੰਸੀਡੈਂਟ ਰੇ ਜਿਹੜੀ ਲਾਈਟ ਅਸੀਂ ਪਾ ਰਹੇ ਹਾਂ ਤੇ ਵਾਪਸ ਆ ਰਹੀ ਹੈ ਸਾਡੇ ਕੋਲ, ਸਾਡਾ ਨੋਰਮਲ ਤਿੰਨੋਂ ਇੱਕੋ ਪਲੇਨ ਦੇ ਵਿੱਚ ਮਿਲਦੇ ਸੀ ਤੇ ਕਿਹੜਾ ਸਾਡਾ ਐਂਗਲ ਆਈ ਤੇ ਆਰ ਉਹ ਵੀ ਸਾਨੂੰ ਕੀ ਮਿਲਦਾ ਸੀਗਾ ਇੱਕੋ ਪੋਜੀਸ਼ਨ ਦੇ ਵਿੱਚ। ਨੈਕਸਟ ਆਪਾਂ ਮਿਰਰ ਪੜ੍ਹੇ ਸੀ ਵੀ ਮਿਰਰ ਸਾਡੇ ਕੋਲ ਪਲੇਨ ਵੀ ਹੁੰਦਾ ਹੈ ਜਿਹਦਾ ਬਿਲਕੁਲ ਇੱਕ ਸਾਈਡ ਪੋਲਿਸ਼ ਹੋਊਗੀ। ਸਫੈਰੀਕਲ ਪੜ੍ਹੇ ਸੀ ਆਪਾਂ ਟੂ ਟਾਈਪ ਦੇ, ਕਨਕੇਵ ਤੇ ਕਨਵੈਕਸ। ਨੈਕਸਟ ਆਪਾਂ ਪੋਲ ਜਿਹੜਾ ਮਿਡ ਪੁਆਇੰਟ ਕਿਹਾ ਸੀ ਮਿਰਰ ਦਾ, ਸੈਂਟਰ ਆਫ ਕਰਵੇਚਰ ਜਿਹੜਾ ਇਹਨੂੰ ਕੰਪਲੀਟ ਕਰਦੇ ਸੀ ਪੂਰੇ ਸਫੀਅਰ ਨੂੰ, ਉਹਦਾ ਸੈਂਟਰ ਆਫ ਕਰਵੇਚਰ ਹੁੰਦਾ ਹੈ। ਰੇਡੀਅਸ ਪ੍ਰਿੰਸੀਪਲ ਐਕਸਸ ਜਿਹੜੀ ਲਾਈਨ ਪਾਸ ਕਰਦੀ ਹੈ ਪੋਲ ਤੇ ਸੈਂਟਰ ਵਿੱਚੋਂ ਦੀ। ਫੋਕਸ ਪੜ੍ਹਿਆ ਸੀ ਜਿੱਥੇ ਰੇਜ਼ ਮੀਟ ਕਰਨ, ਤੇ ਫੋਕਲ ਲੈਂਥ ਪੜ੍ਹੀ ਸੀ ਪੋਲ ਤੇ ਫੋਕਸ ਦੇ ਵਿਚਕਾਰ ਡਿਸਟੈਂਸ ਕਿੰਨਾ ਹੁੰਦਾ। ਨੈਕਸਟ ਆਪਾਂ ਪੜ੍ਹਿਆ ਸੀ ਫੋਕਸ ਉਹ ਪੁਆਇੰਟ ਹੈ ਜਿੱਥੇ ਰੇਜ਼ ਆ ਐਕਚੁਅਲੀ ਮੀਟ ਕਰਦੀ ਹੈ ਰਿਫਲੈਕਸ਼ਨ ਤੋਂ ਬਾਅਦ, ਯਾਨੀ ਕਿ ਸਤ੍ਹਾ ਦੇ ਉੱਪਰ ਜਿਹੜੀ ਪੋਲਿਸ਼ ਕੀਤੀ ਸਤ੍ਹਾ ਤੇ ਪੈਣ ਤੋਂ ਬਾਅਦ। ਫਿਰ ਅਸੀਂ ਕੁਝ ਰੇਜ਼ ਦੇ ਨਾਲ ਰਿਲੇਟਡ ਕੁਐਸਚਨ ਕੀਤੇ ਸੀ। ਇਹ ਤੁਹਾਡਾ ਰਹਿੰਦਾ ਟੌਪਿਕ, ਇਹ ਆਪਾਂ ਅੱਜ ਕਵਰ ਕਰਦੇ ਹਾਂ। ਓਕੇ, ਅੱਜ ਆਪਾਂ ਸਟਾਰਟਅਪ ਕਰੀਏ। ਹਾਂਜੀ, ਅੱਜ ਆਪਾਂ ਮਿਰਰ ਦੇ ਰੂਲਸ ਸਮਝ ਲਈ। ਸਭ ਤੋਂ ਪਹਿਲਾਂ ਕੀ ਹੁੰਦੇ ਜਦੋਂ ਕੋਈ ਵੀ, ਇਹਨੂੰ ਪੰਜਾਬੀ ਚ ਬੋਲੋਗੇ ਤੁਸੀਂ ਪ੍ਰਤੀਬਿੰਬ, ਜਦੋਂ ਕੋਈ ਵੀ ਪ੍ਰਤੀਬਿੰਬ ਬਣਦਾ ਹੈ ਕਿਸੇ ਵੀ ਗੋਲਾਕਾਰ ਦਰਪਣ ਦੁਆਰਾ ਯਾਨੀ ਕਿ ਮਿਰਰ ਦੁਆਰਾ, ਤਾਂ ਉੱਥੇ ਕੀ ਰੂਲਸ ਜਿਹੜੇ ਫੋਲੋ ਹੁੰਦੇ ਨੇ। ਫਸਟ ਜਿਹੜਾ ਹੈਗਾ ਮੇਨ ਧਿਆਨ ਚ ਰੱਖਣਾ ਆਪਾਂ, ਜਿਹੜੀ ਲਾਈਨ ਇੱਕ ਫੋਕਸ ਦੇ ਵਿੱਚੋਂ ਦੀ ਪਾਸ ਕਰਿਆ ਕਰੂ ਉਹ ਪ੍ਰਿੰਸੀਪਲ ਐਕਸਸ ਨੂੰ ਕੀ ਹੋ ਜਾਇਆ ਕਰੂਗੀ, ਪੈਰਲਲ। ਦੂਸਰਾ, ਜਿਹੜੀ ਰੇ ਸੈਂਟਰ ਵਿੱਚੋਂ ਦੀ ਪਾਸ ਕਰੂ ਉਹ ਆਪਣਾ ਪਾਥ ਦੁਬਾਰਾ ਸੇਮ ਫੋਲੋ ਕਰਨ ਲੱਗ ਜਾ ਕਰੂ। ਇਹ ਤਾਂ ਹੈਗਾ ਸੀ ਤੁਹਾਡੇ ਕੋਲ ਕਿਹਦੇ ਲਈ, ਕਨਕੇਵ ਮਿਰਰ ਵਾਸਤੇ, ਅਵਤਲ ਦਰਪਣ ਲਈ। ਕਨਵੈਕਸ ਲਈ ਵੀ ਸੇਮ ਹੋ, ਬਟ ਸਾਨੂੰ ਪਤਾ ਵੀ ਜਿਹੜੀ ਪੋਲਿਸ਼ ਕੀਤੀ ਸਰਫੇਸ ਹੁੰਦੀ ਹੈ ਇਹ ਵਾਲੀ ਬੈਕ ਸਾਈਡ, ਇਹਦਾ ਫੋਕਸ ਤੇ ਇਹਦਾ ਸੈਂਟਰ ਦੋਨੋਂ ਬੈਕ ਸਾਈਡ ਹੋਣਗੇ। ਇਹਦੀ ਕੋ ਫਰੰਟ ਦੀ ਸਰਫੇਸ ਹੈ ਜਿੱਥੇ ਲਾਈਟ ਪੈਣੀ ਹੈ, ਇਹਦੇ ਬੈਕ ਸਾਈਡ ਹੀ ਕੀ ਉਹ ਆਪਣੇ ਕੋਲੇ ਫੋਕਸ ਐਂਡ ਸੈਂਟਰ। ਨੈਕਸਟ ਆਪਾਂ ਜਿਹੜਾ ਪੋਲ ਦੇ ਉੱਪਰ ਲਾਈਟ ਪਾਉਂਗੇ ਜਿੰਨੇ ਐਂਗਲ ਤੇ, ਉਹਨੇ ਐਂਗਲ ਤੇ ਕੀ ਆ ਜੂਗੀ ਉਹ ਵਾਪਸ। ਇਹ ਰੂਲਸ ਨੇ ਜਿਹੜੇ ਤੁਸੀਂ ਇਮੇਜ ਫਾਰਮੇਸ਼ਨ ਲਈ ਫੋਲੋ ਕਰਨੇ। ਆਪਾਂ ਨੈਕਸਟ
ये आप स्टडी कर लें इमेज के 3 रूल्स ਜਿਹੜੇ ਬਣਦੇ। ਹੁਣ ਆਪਾਂ ਨੈਕਸਟ ਸਲਾਈਡ ਤੇ ਜਾਂਦੇ ਹਾਂ। ਫਸਟ ਪੁਆਇੰਟ ਜੋ ਸਾਡੀ ਇਮੇਜ ਬਣਦੀ ਹੈ ਮਿਰਰ ਦੁਆਰਾ, ਜੇ ਅਸੀਂ ਆਬਜੈਕਟ ਨੂੰ ਪਲੇਸ ਕਿੱਥੇ ਕਰ ਰੱਖੇਗਾ ਇਨਫਿਨਿਟੀ ਤੇ, ਯਾਨੀ ਕਿ ਬਹੁਤ ਜ਼ਿਆਦਾ ਦੂਰ ਅਨੰਤ ਤੇ ਇਨਫਿਨਿਟੀ ਤੇ। ਜੇ ਤੁਸੀਂ ਕੋਈ ਵੀ ਆਬਜੈਕਟ ਰੱਖੋਗੇ ਤਾਂ ਕੀ ਹੋਊਗਾ, ਪੈਰਲਲ ਰੇਜ਼ ਕਿਹਦੇ ਉੱਪਰ ਪੈਣਗੀਆਂ, ਇੱਕ ਅਵਤਲ ਜਾਂ ਕਹ ਲਓ ਕਨਕੇਵ ਦਰਪਣ ਦੇ ਉੱਪਰ, ਮਿਰਰ ਦੇ ਉੱਪਰ, ਤਾਂ ਰੇਜ਼ ਸਾਰੀਆਂ ਕਿੱਥੇ ਮੀਟ ਕਰ ਜਾਣਗੀਆਂ ਆ ਕੇ ਫੋਕਸ ਤੇ। ਤਾਂ ਜਿਹੜੀ ਇਮੇਜ ਬਣੂਗੀ ਉਹਦੇ ਵਿੱਚ ਤੁਸੀਂ ਕੀ ਐਕਸਪਲੇਨ ਕਰੋਗੇ, ਉਹ ਰੀਅਲ ਹੋਊਗੀ ਵਾਸਤਵਿਕ, ਤੇ ਉਹ ਸਾਈਜ਼ ਦੇ ਵਿੱਚ ਕੀ ਹੋਊਗੀ, ਸਮੌਲ ਹੋਊਗੀ। ਅਗਲੀ ਚੀਜ਼ ਤੁਸੀਂ ਧਿਆਨ 'ਚ ਰੱਖਣੀ ਜਿਹੜੀ ਇੱਥੇ ਨੈਕਸਟ ਵੀ ਜਿਹੜਾ ਇਮੇਜ ਬਣੂ ਉਹ ਰੀਅਲ ਤਾਂ ਬਣਨੀ ਹੈ, ਉਹਦੀ ਪਲੇਸ ਕਿੱਥੇ ਹੋਊਗੀ, ਜਾਂ ਕਹ ਲਓ ਤੁਸੀਂ ਉਹਦੀ ਥਾਂ, ਉਹਦੀ ਜਗ੍ਹਾ ਉਹ ਕਿੱਥੇ ਹੋਊਗੀ, ਫੋਕਸ। ਜੇ ਤੁਸੀਂ ਆਪਣਾ ਆਬਜੈਕਟ ਹੀ ਜਿਹੜਾ ਫੋਕਸ ਤੇ ਰੱਖ ਲੈਂਦੇ ਹੋ, ਇੱਥੇ ਤਾਂ ਅਸੀਂ ਆਬਜੈਕਟ ਜਿਹੜਾ ਉਹਨੂੰ ਕਿੱਥੇ ਪਲੇਸ ਕਰ ਲਿਆ ਸੀਗਾ ਅਨੰਤ ਤੇ ਵਸਤੂ ਰੱਖਣ ਤੇ ਸਾਡਾ ਇਮੇਜ ਕਿੱਥੇ ਜਾ ਬਣੀ ਸੀ, ਫੋਕਸ ਤੇ। ਜੇ ਰੱਖੋਗੇ ਤੁਸੀਂ ਫੋਕਸ ਤੇ ਆਪਣਾ ਆਬਜੈਕਟ, ਤਾਂ ਇਮੇਜ ਨੇੜੇ ਉਲਟਾ ਹੋ ਜਾਣਾ ਸਾਰਾ ਕੁਝ। ਇਹ ਧਿਆਨ ਚ ਰੱਖਿਓ, ਉਹ ਕਿੱਥੇ ਜਾ ਬਣਨਾ ਉਹਨੇ, ਇਨਫਿਨਿਟੀ ਤੇ। ਆਪਾਂ ਜਿਹੜੀਆਂ ਐਰੋਜ਼ ਨੇ ਉਹਨੂੰ ਰਿਵਰਸ ਕਰ ਦਾਂਗੇ। ਐਰੋਜ਼ ਦਾ ਖਾਸ ਧਿਆਨ ਰੱਖਿਓ, ਕਿਉਂਕਿ ਜੇ ਤੁਸੀਂ ਐਰੋ ਸਹੀ ਡਾਇਰੈਕਸ਼ਨ 'ਚ ਨਾ ਦਿੱਤੇ ਤਾਂ ਸਭ ਕੁਝ ਰੋਂਗ ਹੋ ਜਾਂਦਾ। ਇਹ ਹੈ ਕਿ ਆਪਣੇ ਕੋਲ ਅਵਤਲ ਦਾ ਜਿਹੜਾ ਇਨਫਿਨਿਟੀ ਤੇ ਇਹ ਵਾਲਾ ਡਾਇਗਰਾਮਸ ਆਲਰੇਡੀ ਬਣੀਆਂ ਹੋਣਗੀਆਂ, ਤੁਸੀਂ ਸਿਰਫ ਇੱਕ ਦੇਖ ਕੇ ਆਪਸ਼ਨ ਟਿਕ ਕਰਨੀ ਹੋਊਗੀ ਪੇਪਰ ਦੇ ਵਿੱਚ। ਇਸ ਤੋਂ ਬਾਅਦ ਹੈ ਕਿ ਆਪਣੇ ਕੋਲ ਜੇ ਅਸੀਂ ਆਬਜੈਕਟ ਜਿਹੜਾ ਉਹਨੂੰ ਕਿੱਥੇ ਪਲੇਸ ਕੀਤਾ, ਬਿਹਾਉਂਡ ਦਾ ਸੀ, ਯਾਨੀ ਕਿ ਸੀ ਤੋਂ ਤੁਸੀਂ ਪਿੱਛੇ ਰੱਖ ਲਓ ਜਿਹੜਾ ਉਹ ਸੈਂਟਰ ਹੈ ਕੇਂਦਰ, ਤਾਂ ਉਹਦੀ ਇਮੇਜ ਜਿਹੜੀ ਉਹ ਕਿੱਥੇ ਬਣ ਜਾਣੀ ਹੈ, ਉਹਦੇ ਬਾਰੇ ਤੁਹਾਨੂੰ ਡਾਇਗਰਾਮ ਬਣੀ ਹੋਊਗੀ। ਤੇ ਆਪਾਂ ਕੀ ਦੱਸਣਾ ਹੋਊ ਇਹਦੇ ਵਿੱਚ, ਮੰਨ ਲਓ ਤੁਹਾਡਾ ਆਬਜੈਕਟ ਹੈ ਆ ਸੀ ਹੈ, ਆਪਾਂ ਕੀ ਕਰਿਆ, ਸਾਡਾ ਆਬਜੈਕਟ ਹੈ ਜਿਹੜਾ ਉਹਨੂੰ ਪਿੱਛੇ ਰੱਖ ਲਿਆ ਸੀ ਤੋਂ। ਹੁਣ ਉਹਦੀ ਇਮੇਜ ਫਾਰਮੇਸ਼ਨ ਕਿਵੇਂ ਹੋਊ, ਇੱਕ ਰੇ ਤਾਂ ਕੀ ਹੋਊਗੀ ਜਿਹੜੀ ਉਹਦੀ ਪੈਰਲਲ ਚੱਲੂ ਪ੍ਰਿੰਸੀਪਲ ਐਕਸਿਸ ਨੂੰ, ਮੁੱਖ ਧੁਰੇ ਨੂੰ, ਉਹ ਤਾਂ ਕੀ ਪਾਸ ਕਰ ਜਾਣੀ ਹੈ ਫੋਕਸ ਦੇ ਵਿੱਚੋਂ ਦੀ। ਤੇ ਦੂਸਰਾ ਇੱਕ ਰੇ ਜਿਹੜੀ ਅਸੀਂ ਫਾਲ ਕਰਵਾਵਾਂਗੇ, ਇੰਸੀਡੈਂਟ ਕਰਾਂਗੇ ਪੋਲ ਤੇ, ਜਿੰਨੇ ਐਂਗਲ ਤੇ ਉਨੇ ਐਂਗਲ ਦੀ ਉਹਨੇ ਕੀ ਆ ਜਾਣਾ ਵਾਪਿਸ। ਤਾਂ ਜਿੱਥੇ ਰੇਜ਼ ਕੱਟ ਕਰਨੀ ਆ ਉੱਥੇ ਦੀ ਇਮੇਜ ਕੀ ਬਣ ਜੂਗੀ, ਬਹੁਤ ਸਮਾਲ ਸਾਈਜ਼। ਤਾਂ ਫਸਟ ਤੁਸੀਂ ਇੱਥੇ ਦੱਸੋਗੇ ਤੁਹਾਡੀ ਜਿਹੜਾ ਇਮੇਜ ਬਣ ਰਹੀ ਹੈ ਪ੍ਰਤੀਬਿੰਬ, ਉਹਦੇ ਵਿੱਚ ਕੀ ਦੇਖਦੇ ਹੋ ਤੁਸੀਂ, ਉਹ ਸਮਾਲ ਬਣ ਰਹੀ ਹੈ, ਛੋਟੀ। ਦੂਸਰਾ ਜੇ ਆਪਾਂ ਦੇਖੀਏ ਇਹ ਇਨਵਰਟਡ ਵੀ ਹੈ, यानी कि उल्टी बन रही है। इस तो बाद जिहदी पोजीशन देखोगे थां कित्थे बन रही है, सी ते एफ दे विचकार। इन्हां विचों तुहानूं कोई भी चीज़ पुछी जा सकती है कि तुहाडा डायग्राम दे विच रॉन्ग पॉइंट किहड़ा है, यानी कि किहड़ी डायग्राम रॉन्ग है, सारियां दे विचों ये भी लभनी हो सकदी है। ये तुसीं ध्यान रखना, एक तां पॉलिश कीती हुई सतह, सैकेंड ते एरो ध्यान च रखने हैं, ते उस तो बाद तुहाडा ऑब्जेक्ट जिहड़ा वो सही थां ते है, ते इमेज जिहड़ी वो सही बनी हुई है। इस चीज़ का तुसीं पेपर दे विच ध्यान रखना। ये की है, ये इमेज कदों बनदी है, जो तुसीं ऑब्जेक्ट नूं कित्थे रखोगे, सी तो पिछे। नैक्सट अगली कंडीशन, ਹੁਣ ਆਪਾਂ ਕੀ ਕਰਤਾ, ਜਿਹੜਾ ਆਬਜੈਕਟ ਸੀ ਸਾਡਾ ਉਹਨੂੰ ਰੱਖੀ ਕਿਤੇ ਦਿੱਤਾ ਆਪਾਂ ਸੀ ਦੇ ਉੱਪਰ। ਜੇ ਤੁਸੀਂ ਸੀ ਸੈਂਟਰ ਤੇ ਆਪਣੀ ਵਸਤੂ ਰੱਖਦੀ ਤਾਂ ਉਹਦੀ ਇਮੇਜ ਕੀ ਹੋਊਗੀ, ਜਿੱਥੇ ਤੁਸੀਂ ਆਬਜੈਕਟ ਰੱਖਿਆ ਹੋਊਗਾ ਉੱਥੇ ਉਹਦੀ ਕੀ ਬਣ ਜਾਣੀ ਹੈ, ਇਮੇਜ। ਅਸੀਂ ਆਬਜੈਕਟ ਉੱਪਰ ਰੱਖਿਆ ਵਾ,
ਤੇ ਉਹਦੀ ਇਮੇਜ ਵੀ ਕਿੱਥੇ ਬਣ ਜਾਣੀ ਹੈ, ਨੀਚੇ। ਬਟ ਇਹਦੇ ਵਿੱਚ ਇਹ ਉਹ ਕੇਸ ਹੈ ਜਿਹਦੇ ਵਿੱਚ ਸਾਡੇ ਕੋਲ ਇਮੇਜ ਤਾਂ ਬਣੂਗੀ ਬਟ ਸੇਮ ਸਾਈਜ਼ ਦੀ, ਜਿੰਨੇ ਸਾਈਜ਼ ਦੀ ਅਸੀਂ ਵਸਤੂ ਜਾਂ ਆਬਜੈਕਟ ਰੱਖਾਂਗੇ ਉਨੇ ਸਾਈਜ਼ ਦੀ ਜਿਹੜੇ ਸਾਡੇ ਕੋਲ ਇਮੇਜ ਦੀ ਫਾਰਮੇਸ਼ਨ ਹੋ ਜੂਗੀ। ਜੇ ਤੁਸੀਂ ਚਲੋ 5 ਸੈਂਟੀਮੀਟਰ ਦੀ ਕੈਂਡਲ ਰੱਖਤੀ ਤਾਂ ਉਹਦੀ ਨੀਚੇ ਇਮੇਜ ਵੀ 5 ਸੈਂਟੀਮੀਟਰ ਦੀ ਹੀ ਬਣੂਗੀ। ਇੱਕ ਤਾਂ ਸਾਈਜ਼ ਉਹਦਾ ਇੱਕੋ ਜਿਹਾ ਰਹਿ ਜੂਗਾ, ਸੇਮ ਰਹਿ ਜੂਗਾ। ਸੈਕਿੰਡ ਤੇ ਸਾਨੂੰ ਡਾਇਗਰਾਮ ਬਣਾਉਣ ਵੇਲੇ ਕੀ ਧਿਆਨ ਰੱਖਣਾ ਵੀ ਇੱਕ ਰੇ ਦਾ ਤੁਸੀਂ ਕੀ ਕਰੋਗੇ, ਜਿਹੜੀ ਤਾਂ ਚੱਲੂਗੀ ਪੈਰਲਲ ਪ੍ਰਿੰਸੀਪਲ ਐਕਸਿਸ ਤੇ ਉਹ ਕਿਹਦੇ ਵਿੱਚੋਂ ਦੀ ਪਾਸ ਕਰ ਜੂਗੀ, ਫਿਰ ਫੋਕਸ ਵਿੱਚੋਂ ਦੀ। ਸੈਕਿੰਡ ਜਿਹੜੀ ਰੇ ਤੁਸੀਂ ਕਿੱਥੇ ਫਾਲ ਕਰਵਾਓਗੇ, ਹੋਲ ਤੇ, ਉਹ ਖਿੱਚੂ ਜਿੰਨੇ ਐਂਗਲ ਤੇ ਇੰਸੀਡੈਂਟ ਕਰਾਂਗੇ ਉਨੇ ਦੀ ਕੀ ਕਰ ਜੂ, ਰਿਫਲੈਕਟ ਹੋ ਜੂਗੀ। ਤਾਂ ਇਸ ਤਰ੍ਹਾਂ ਤੁਹਾਡੇ ਕੋਲ ਜਿਹੜੀਆਂ ਜਿੱਥੇ ਰੇਜ਼ ਉਹ ਕੱਟ ਕਰ ਗਈਆਂ ਉੱਥੇ ਉਹਦੀ ਕੀ ਬਣ ਜੂਗੀ, ਇਮੇਜ। ਤਾਂ ਜਿਹੜੀ ਇਮੇਜ ਬਣੂਗੀ ਉਹ ਸੇਮ ਸਾਈਜ਼ ਦੀ ਬਣੂ। ਇਹਦੀਆਂ ਹੋਰ ਪ੍ਰੋਪਰਟੀਜ਼ ਕੀ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ। ਇੱਕ ਤਾਂ ਉਲਟੀ ਬਣੂ, ਇਨਵਰਟਡ, ਰੀਅਲ ਬਣੂਗੀ ਕਿਉਂਕਿ ਰੀਅਲ ਇਮੇਜ ਹਮੇਸ਼ਾ ਉਲਟੀ ਹੀ ਬਣਦੀ ਹੈ, ਪੁੱਠੀ। ਤੇ ਉਸ ਤੋਂ ਬਾਅਦ ਇਹਦੀ ਪੋਜੀਸ਼ਨ ਦੱਸੋਗੇ, ਉਹ ਕਿੱਥੇ ਹੋਊਗੀ, ਸੀ ਤੇ ਸੀ ਤੇ ਰੱਖਿਆ ਸੀ ਤੇ ਉਹਨੇ ਬਣ ਜਾਣਾ। ਦੇਖੋ ਵੀ ਡਾਇਗਰਾਮ ਦੇ ਵਿੱਚ ਕੋਈ ਡਾਊਟ ਪੇਪਰ 'ਚ ਤੇ ਬਣੀ ਹੋਣੀ, ਆਪਾਂ ਸਿਰਫ ਜਸਟ ਇੱਕ ਕੁਐਸਚਨ ਨੂੰ ਅਟੈਂਪਟ ਕਰਨਾ ਕਿਉਂਕਿ ਬਣਾਉਣੀ ਤਾਂ ਹੈ ਨਹੀਂ, ਅਸੀਂ MCQ ਟਾਈਪ ਸਾਡਾ ਪੇਪਰ ਹੈ। ਇੱਕ ਟਾਈਪ ਕਰ ਦਿਓ ਜੇ ਕੋਈ ਡਾਊਟ ਹੈ। ਅਗਲਾ ਕੇਸ ਆਪਣੇ ਕੋਲ, ਹੁਣ ਅਸੀਂ ਜਿਹੜੀ ਇਮੇਜ ਰੱਖਣੀ ਹੈ, ਬਣਾਉਣੀ ਹੈ ਤੇ ਆਬਜੈਕਟ ਦੇ ਵਿੱਚ ਧਿਆਨ ਕੀ ਰੱਖਣਾ, ਸੀ ਆਬਜੈਕਟ ਰੱਖਣ ਵੇਲੇ ਉਹਨੂੰ ਕਿੱਥੇ ਰੱਖਾਂਗੇ, ਸੀ ਤੇ F ਦੇ ਵਿਚਕਾਰ। ਤਾਂ ਮੈਥਡ ਤੁਹਾਡੇ ਸੇਮ, ਇੱਕ ਰੇ ਸੈਂਟਰ ਵਿੱਚੋਂ ਦੀ ਪਾਸ, ਦੂਸਰੀ ਜਿਹੜੀ ਪੈਰਲਲ ਚੱਲੂ ਫੋਕਸ ਵਿੱਚੋਂ ਦੀ ਪਾਸ। ਜਿੱਥੇ ਕੱਟ ਕਰ ਗਈਆਂ ਉੱਥੇ ਆਪਣੇ ਕੋਲ ਕੀ ਬਣ ਜਾਣੀ ਹੈ, ਇਮੇਜ। ਇਹ ਸੀ ਤੋਂ ਦੇਖੋ ਪਿੱਛੇ ਬਣ ਰਹੀ ਹੈ, ਉਲਟੀ ਬਣ ਰਹੀ ਹੈ। ਆਬਜੈਕਟ ਤਾਂ ਅਸੀਂ ਰੱਖਿਆ ਸੀ ਛੋਟੇ ਸਾਈਜ਼ ਦਾ ਇਹ ਵਾਲਾ, ਪਰ ਉਹਦੀ ਇਮੇਜ ਕੀ ਬਣ ਗਈ, ਲਾਰਜ ਸਾਈਜ਼ ਦੀ। ਤਾਂ ਇੱਥੇ ਆਪਣੇ ਕੋਲ ਫਸਟ ਕੀ ਕਹੋਗੇ, ਜਿਹੜੀ ਇਮੇਜ ਬਣੂਗੀ ਸਾਡਾ ਪ੍ਰਤੀਬਿੰਬ, ਇੱਕ ਤਾਂ ਉਹ ਵੱਡੇ ਸਾਈਜ਼ ਦਾ ਬਣੂ, ਦੂਸਰਾ ਇਨਵਰਟਡ ਹੋਊਗਾ, ਉਲਟਾ ਬਣੂ। ਜੇ ਉਲਟਾ ਬਣ ਗਿਆ ਤਾਂ ਉਹ ਰੀਅਲ ਹੋਊਗਾ। ਤੇ ਇਸ ਤੋਂ ਬਾਅਦ ਜਿਹੜੀ ਉਹਦੀ ਪੋਜੀਸ਼ਨ ਹੋਊ ਉਹ ਸੀ ਤੋਂ ਪਿੱਛੇ ਰਹਿ ਜੂਗੀ। ਤਾਂ ਇਹ 3-4 ਪੁਆਇੰਟ ਇਹਦੇ ਮੇਨ ਨੇ। ਨੈਕਸਟ ਪਾਰਟ, ਹੁਣ ਅਸੀਂ ਕੀ ਕਰਨਾ ਹੈ, ਜਿਹੜਾ ਸਾਡਾ ਆਬਜੈਕਟ ਹੈ ਉਹਨੂੰ ਰੱਖਣਾ F ਤੇ P ਦੇ ਵਿਚਕਾਰ। ਤਾਂ ਉਹਦੀ ਡਾਇਗਰਾਮ ਕੀ ਬਣੂਗੀ, ਇੱਕ ਇਹ ਕਨਕੇਵ ਦਾ ਇੱਕ ਉਹ ਕੇਸ ਹੈ ਵੀ ਜਿਹਨੂੰ ਅਸੀਂ ਸਪੈਸ਼ਲ ਕੇਸ ਵੀ ਕਹਿ ਸਕਦੇ। ਕਿਉਂ, ਕਿਉਂਕਿ ਬਾਕੀ ਸਾਰੇ ਕੇਸਾਂ 'ਚ ਜਿਹੜਾ ਕਨਕੇਵ ਹੈ ਉਹਨੇ ਇਮੇਜ ਕਿਹੜੀ ਬਣਾਈ ਜਾਣੀ ਹੈ, ਆਪਣੀ ਰੀਅਲ, ਜਿਹਨੂੰ ਕਹਿੰਦੇ ਅਸੀਂ ਵਾਸਤਵਿਕ, ਅਸਲੀ। ਇਹ ਕੋਈ ਕੇਸ ਹੈ ਦੀ ਆਬਜੈਕਟ ਰੱਖਣ ਨਾਲ ਕਿੱਥੇ, F ਤੇ P ਦੇ ਵਿਚਕਾਰ ਤੁਹਾਡੀ ਜਿਹੜੀ ਇਮੇਜ ਬਣੂਗੀ ਉਹ ਕੀ ਹੋਊਗੀ, ਇੱਕ ਤਾਂ ਬਣੂਗੀ ਉਹ ਇਰੈਕਟ, ਸਿੱਧੀ। ਜਿਹੜੀ ਸਿੱਧੀ ਬਣੂ ਇਮੇਜ, ਇਰੈਕਟ ਬਣੂ, ਉਹ ਹਮੇਸ਼ਾ ਕੀ ਹੋਊਗੀ, ਵਰਚੁਅਲ, ਜਿਹਨੂੰ ਕਹਿੰਦੇ ਤੁਸੀਂ ਪੰਜਾਬੀ 'ਚ ਆਭਾਸੀ। ਹੁਣ ਇਹ ਡਾਇਗਰਾਮ ਦੇ ਵਿੱਚ ਤੁਹਾਨੂੰ ਕੁਐਸਚਨ ਜਿਹੜਾ ਮੇਨ ਬਣਦਾ ਹੈ ਉਹੀ ਪੁੱਛਿਆ ਜਾਂਦਾ ਹੁੰਦਾ ਹੈ ਵੀ ਕਨਕੇਵ ਦੇ ਵਿੱਚ
ਉਹ ਕੇਸ ਦੱਸੋ ਵੀ ਆਬਜੈਕਟ ਕਿੱਥੇ ਰੱਖਣਾ ਚਾਹੀਦਾ ਹੈ ਵੀ ਉਹਦੀ ਸਾਨੂੰ ਵਰਚੁਅਲ ਇਰੈਕਟ ਇਮੇਜ ਜਿਹੜੀ ਉਹ ਵਿਜ਼ੀਬਲ ਹੋਵੇ। ਤਾਂ ਤੁਹਾਡਾ ਆਨਸਰ ਕੀ ਹੋਣਾ ਚਾਹੀਦਾ ਆਪਸ਼ਨਸ ਦੇ ਵਿੱਚੋਂ ਵੀ F ਅਤੇ P ਦੇ ਵਿਚਕਾਰ। ਹੁਣ ਇਹ ਡਾਇਗਰਾਮ ਨੂੰ ਸਮਝਣਾ ਵੀ ਕਿਵੇਂ ਬਣਾਉਣਾ ਹੈ। ਇੱਕ ਰੇ ਤਾਂ ਤੁਹਾਨੂੰ ਪਤਾ ਸੈਂਟਰ ਵਿੱਚੋਂ ਪਾਸ ਕਰੋ, ਦੂਸਰੀ ਰੇ ਜਿਹੜੀ ਪੋਲ ਤੇ ਆਪਾਂ ਜਿੰਨੇ ਐਂਗਲ ਤੇ ਪਾਵਾਂਗੇ ਉਹਨੇ ਤੇ ਉਹਨੇ ਰਿਫਲੈਕਟ ਹੋ ਜਾਣਾ। ਤੇ ਇਹਨਾਂ ਨੂੰ ਅਸੀਂ ਬੈਕ ਰੀਪਰੋਡਿਊਸ ਕਰਾਂਗੇ ਤਾਂ ਜਿੱਥੇ ਮੀਟ ਕਰਨਗੀਆਂ ਆਪਸ ਵਿੱਚ ਉੱਥੇ ਉਹਦੀ ਬੈਕ ਸਾਈਡ ਕੀ ਬਣ ਜੂਗੀ ਇਮੇਜ, ਉਹ ਵੀ ਕਿਹੜੇ ਸਾਈਜ਼ ਦੀ, ਲਾਰਜ ਵੱਡੇ ਸਾਈਜ਼ ਦੀ, ਤੇ ਉਹ ਰੈਕਟ ਬਣ ਜੂ, ਸਿੱਧੀ ਬਣ ਜੂਗੀ। ਇਸ ਦਾ ਇੱਕ ਇੰਪੋਰਟੈਂਟ ਕੇਸ ਜਿਹੜਾ ਆਪਾਂ ਕਹਿ ਸਕਦੇ ਹਾਂ, ਇੱਕ ਪ੍ਰਤੀਬਿੰਬ ਇੱਕ ਇਮੇਜ ਬਣਦਾ ਕਿਹੜੇ ਮਿਰਰ ਲਈ, ਕਨਕੇਵ। ਹੁਣ ਨੈਕਸਟ ਤੇ ਧਿਆਨ ਦਿਓ, ਅਗਲਾ ਮਿਰਰ ਕਿਹੜਾ ਆਪਣੇ ਕੋਲ ਕਨਕੇਵ। ਇਹਦਾ ਯੂਜ਼ ਕਿੱਥੇ ਹੁੰਦਾ ਹੈ, ਇਹ ਆਲਰੇਡੀ ਆਪਾਂ ਡਿਸਕਸ ਕੀਤਾ ਸੀ, ਇੱਕ ਵਾਰ ਫੇਰ ਰਿਪੀਟ ਕਰ ਦਿੰਦੇ। ਫਸਟ ਜਿੰਨੀ ਆਪਾਂ ਦੇਖਦੇ ਹਾਂ ਵੀ ਹੈਡਲਾਈਟਸ ਆਫ ਕਾਰ, ਜਿੰਨੀਆਂ ਕਾਰਾਂ ਦੀਆਂ ਲਾਈਟਾਂ ਨੇ ਜਾਂ ਆਪਣੀ ਟਾਰਚ ਹੁੰਦੀ ਹੈ ਉਹਦੇ ਵਿੱਚ ਯੂਜ਼ ਕਰ ਲੈਂਦੇ ਆਪਾਂ। ਸੈਕੰਡ ਤੇ ਤੁਸੀਂ ਦੇਖਿਆ ਹੋਣਾ ਵੀ ਡੈਂਟਿਸਟ ਜਿਹੜਾ ਦੰਦਾਂ ਦਾ ਡਾਕਟਰ ਹੈ ਉਹ ਕੀ ਕਰਦਾ ਹੈਗਾ ਵੀ ਆਪਣੇ ਇੰਟਰਨਲ ਜਿਹੜਾ ਇਨਰ ਪਾਰਟਸ ਨੇ, ਈਅਰ ਹੋ ਗਿਆ, ਆਪਣਾ ਗਲਾ ਹੋ ਗਿਆ, ਨੈਕ ਜਾਂ ਆਪਣੇ ਟੀਥ, ਉਹਨੂੰ ਕਲੈਰਿਟੀ ਦੇ ਵਿੱਚ ਦੇਖਣ ਲਈ ਉਹ ਕਿਹੜਾ ਯੂਜ਼ ਕਰਦਾ ਹੈਗਾ, ਕਨਕੇਵ ਮਿਰਰ। ਨੈਕਸਟ ਆਪਾਂ ਕਰਨਾ ਕਨਵੈਕਸ ਮਿਰਰ ਦੇ ਨਾਲ ਜਿਹੜਾ ਇਮੇਜ ਦੀ ਫਾਰਮੇਸ਼ਨ, ਤਾਂ ਉਹਦੇ ਵਿੱਚ ਕੀ ਕੇਸਿਸ ਨੇ ਉਹ ਆਪਾਂ ਸਟੱਡੀ ਕਰਦੇ ਹਾਂ। ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ ਅਸੀਂ ਕਿਹੜਾ ਮਿਰਰ, ਕਨਵੈਕਸ, ਇਹਨੂੰ ਅਸੀਂ ਪੰਜਾਬੀ ਚ ਬੋਲ ਦਿਆਂਗੇ ਉੱਤਲ ਦਰਪਣ। ਇਹ ਤੁਸੀਂ ਆਬਜੈਕਟ ਰੱਖਿਆ ਹੋਇਆ ਹੈ ਜਿਹੜੀ ਵਸਤੂ ਵੱਡੇ ਸਾਈਜ਼ ਦੀ ਹੈ, ਲਾਰਜ ਸਾਈਜ਼ ਦੇ ਵਿੱਚ, ਬਟ ਕੀ ਹੁੰਦਾ ਹੈ ਇਹ ਉਹਦੀ ਇਮੇਜ ਕੀ ਬਣਾਉਣ ਦਾ ਬਹੁਤ ਸਮਾਲ। ਤਾਂ ਇੱਥੇ ਉੱਪਰ ਲਾਈਟ ਪਹਿਲਾਂ ਤਾਂ ਸੈਂਟਰ ਵਿੱਚੋਂ ਦੀ ਪਾਸ ਕਰਾਉਂਗੇ, ਸੈਕੰਡ ਉਹਦੀ ਸਰਫੇਸ ਤੋਂ ਕੀ ਹੋ ਜੂਗੀ, ਰਿਫਲੈਕਟ ਹੋ ਜੂ। ਅੱਗੇ ਤੇ ਰੇਜ਼ ਨੇ ਕਿਤੇ ਮੀਟ ਹੀ ਨਹੀਂ ਕਰਨਾ, ਜੇ ਅਸੀਂ ਇਹਨੂੰ ਅੱਗੇ ਵਧਾਵਾਂਗੇ ਤਾਂ ਕਦੋਂ ਮੀਟ ਕਰਨੀ ਹੈ, ਜਦੋਂ ਅਸੀਂ ਇਹਨੂੰ ਬੈਕ ਸਾਈਡ ਰੀਪਰੋਡਿਊਸ ਕਰਾਂਗੇ ਤਾਂ ਜਿਹੜੀ ਦੀ ਇਮੇਜ ਬਣ ਜੂ ਇੱਥੇ ਬੈਕ ਸਾਈਡ ਪ੍ਰਤੀਬਿੰਬ, ਉਹ ਕੀ ਬਣ ਜੂ, ਇੱਕ ਤਾਂ ਸਮਾਲ, ਤੇ ਬਾਕੀ ਤੁਹਾਨੂੰ ਪਤਾ ਵੀ ਵਰਚੁਅਲ ਆਪਾਸੀ ਬਣੂਗਾ। ਕਾਰਨ ਕੀ ਹੈ, ਸਾਡੀ ਇਮੇਜ ਕੀ ਬਣੀ ਹੈ, ਬਿਲਕੁਲ ਇਰੈਕਟ, ਯਾਨੀ ਕਿ ਸਿੱਧੀ। ਇੱਕ ਕੇਸ ਹੈ, ਇਹੀ ਕੇਸ ਤਾਂ ਤੁਸੀਂ ਕਿਦੋਂ ਮਿਲਦਾ ਤੁਹਾਨੂੰ, ਜੇ ਤੁਹਾਨੂੰ ਪੁੱਛਿਆ ਜਾਂਦਾ ਵੀ ਇੱਕ ਕਨਵੈਕਸ ਮਿਰਰ ਡਰਾਈਵਰ ਮਿਰਰ ਜਿਹੜਾ ਦਰਪਣ ਦੇ ਤੌਰ ਤੇ ਕਿਉਂ ਵਰਤਿਆ ਜਾਂਦਾ ਹੈ, ਕਿਉਂਕਿ ਪਿੱਛੇ ਜੋ ਟ੍ਰੈਫਿਕ ਆ ਰਹੀ ਹੈ ਉਹਨੂੰ ਇਹ ਕੀ ਕਰਦਾ, ਸਮਾਲ ਸਾਈਜ਼ ਦਾ, ਜਿਹਦੇ ਕਾਰਨ ਸਾਨੂੰ ਪਿੱਛੇ ਆ ਰਹੀ ਜਿਹੜੀ ਟ੍ਰੈਫਿਕ ਉਹਨੂੰ ਵਿਜ਼ੀਬਲ ਕਰਨਾ ਕੀ ਹੋ ਜਾਂਦਾ, ਥੋੜਾ ਈਜ਼ੀ ਹੋ ਜਾਂਦਾ। ਨੈਕਸਟ ਯੂਜ਼ ਕੀ ਆਪਣੇ ਕੋਲੇ ਕਨਵੈਕਸ ਮਿਰਰ ਦਾ। ਫਸਟ ਤੋਂ ਤੁਸੀਂ ਦੇਖਿਆ ਹੋਣਾ ਵੀ ਪਿੱਛੇ ਟ੍ਰੈਫਿਕ ਆ ਰਹੀ ਹੈ, ਉਹਨੂੰ ਤਾਂ ਦੇਖਣ ਲਈ ਕਿਉਂਕਿ ਉਹਨੂੰ ਛੋਟਾ ਸਾਈਜ਼ ਦਾ ਕਰਕੇ ਦਿਖਾ ਦੂਗਾ। ਸੈਕੰਡ ਤੇ ਤੁਸੀਂ ਦੇਖਿਆ ਹੋਣਾ ਆਪਣੇ ਰੋਡ ਸਾਈਡ ਤੇ ਮਿਰਰ ਲੱਗੇ ਹੋਏ ਆ, ਤਾਂ ਉਹ ਕਿਹੜੀ ਟਾਈਪ ਦੇ ਨੇ, ਕਨਵੈਕਸ ਨੇ, ਸਾਰੇ ਦੇ ਸਾਰੇ ਜਿੰਨੇ ਵੀ ਆਪਾਂ ਯੂਜ਼ ਕਰਦੇ ਹਾਂ। ਅਗਲਾ ਕਿ ਆਪਣੇ ਕੋਲ ਸਾਈਨ ਕਨਵੈਨਸ਼ਨਸ, ਜਿਹੜੀਆਂ ਮੋਸਟ ਇੰਪੋਰਟੈਂਟ ਨੇ ਨਿਊਮੈਰੀਕਲ ਨੂੰ ਸੋਲਵ ਕਰਨ ਵਾਸਤੇ। ਤਾਂ ਜਦੋਂ ਅਸੀਂ ਨਿਊਮੈਰੀਕਲ ਕੋਈ ਵੀ ਸੋਲਵ ਕਰਨਾ ਹੈ ਤਾਂ ਉੱਥੇ ਸਾਈਨ ਕਨਵੈਨਸ਼ਨ ਦਾ ਬਹੁਤ ਧਿਆਨ ਰੱਖਣਾ ਹੁੰਦਾ ਹੈ। ਤਾਂ ਉਹਦੇ ਵਿੱਚ ਕੀ ਕੁਛ ਹੁੰਦਾ ਸਾਡੇ ਕੋਲ, ਆਪਾਂ ਦੇਖੋ ਸਭ ਤੋਂ ਪਹਿਲਾ ਪੁਆਇੰਟ, ਜੋ ਤੁਸੀਂ ਆਬਜੈਕਟ ਰੱਖੋਗੇ, ਜੋ ਵੀ ਵਸਤੂ, ਉਹ ਉਹਦੀ ਹਾਈਟ ਦੇਖੋਗੇ ਜਦੋਂ, ਤਾਂ ਉਹ ਪੋਜ਼ਿਟਿਵ ਰਹੂਗੀ। ਜੇ ਤੁਸੀਂ 5 ਸੈਂਟੀਮੀਟਰ ਲਓਗੇ, 8 ਲਓਗੇ, ਕਿੰਨੀ ਵੀ, ਉਹ ਪੋਜ਼ਿਟਿਵ ਗਿਣੀ ਜਾਣੀ ਹੈ, ਕਿਉਂ, ਐਕਸਿਸ ਤੋਂ ਅਬਵ ਆਉਂਦੀ ਹੈ, ਉੱਪਰ ਵੱਲ। ਦੂਸਰਾ ਰੂਲ, ਜੇ ਤੁਸੀਂ ਨੀਚੇ ਵੱਲ ਨੂੰ ਮੈਜ਼ਰਮੈਂਟ ਕਰੋਗੇ, ਇਮੇਜ ਬਣੀ ਹੋਈ ਹੈ ਉਹਦੀ ਹਾਈਟ ਕਿੰਨੀ ਹੈ, H2,
ਇਹ 'ਚ 1 ਕਰ ਲਓ ਤਾਂ ਉਹ ਹਮੇਸ਼ਾ ਕੀ ਲੈਣੀ ਹੈ ਤੁਸੀਂ ਨੈਗੇਟਿਵ। ਨੈਕਸਟ ਪਾਰਟ ਇਹ ਸਾਡਾ ਪੋਲ ਹੈ। ਜੋ ਅਸੀਂ ਇਹ ਦੇਖਣਾ ਵੀ ਆਬਜੈਕਟ ਸਾਡਾ ਕਿੰਨੀ ਦੂਰ ਰੱਖਿਆ ਹੈ ਤਾਂ ਤੁਸੀਂ ਡਿਸਟੈਂਸ ਹਮੇਸ਼ਾ ਕਿਤੋਂ ਮਾਪਣਾ ਸਟਾਰਟ ਕਰਨਾ ਹੈ, ਸਟਾਰਟਿੰਗ ਕਿੱਥੋਂ ਲੈਣੀ ਹੈ ਪੋਲ ਤੋਂ। ਜੇ ਪੋਲ ਤੋਂ ਸਟਾਰਟਿੰਗ ਲਓਗੇ ਤਾਂ ਕੀ ਹੋਊਗਾ ਉੱਥੇ, ਇਹ ਤਾਂ ਅਸੀਂ ਜਾ ਰਹੇ ਹਾਂ ਪੋਲ ਤੋਂ ਆਬਜੈਕਟ ਵੱਲ, ਬਟ ਸਾਡੀਆਂ ਇਨਸੀਡੈਂਟ ਰੇਜ਼ ਕਿੱਧਰ ਆ ਰਹੀਆਂ ਨੇ ਇਸ ਡਾਇਰੈਕਸ਼ਨ ਦੇ ਵਿੱਚ, ਇੱਕ ਦੂਜੇ ਤੋਂ ਕੀ ਹੋ ਗਈਆਂ ਆਪੋਜ਼ਿਟ। ਆਪੋਜ਼ਿਟ ਹੋਣ ਕਰਕੇ ਜਿੰਨੇ ਡਿਸਟੈਂਸ ਤੁਸੀਂ ਰੇ ਤੋਂ ਉਲਟ ਮਾਪੋਗੇ ਉਹ ਸਾਰੇ ਕੀ ਲਾਉਂਗੇ ਨੈਗੇਟਿਵ। ਜੇ ਜਿੱਧਰ ਤੁਹਾਡੀ ਰੇ ਜਾ ਰਹੀ ਹੋਈ ਉਧਰ ਹੀ ਤੁਸੀਂ ਕੋਈ ਡਿਸਟੈਂਸ ਮੈਜ਼ਰਮੈਂਟ ਕਰਨੀ ਹੈ ਤਾਂ ਤੁਹਾਡਾ ਉੱਥੇ ਉਹ ਵੀ ਚੱਲੂਗਾ ਪੋਜ਼ਿਟਿਵ ਡਿਸਟੈਂਸ। ਫਾਰ ਐਗਜ਼ਾਮਪਲ ਇੱਥੇ ਇੱਕ ਚੀਜ਼ ਹੋਰ ਨਵੀਂ ਦੇਖੋ, ਇਹ ਸਾਡਾ ਆਬਜੈਕਟ ਰੱਖਿਆ ਹੋਇਆ ਨਾ ਆਬਜੈਕਟ, ਇਹਦੇ ਤੱਕ ਦਾ ਜਿਹੜਾ ਡਿਸਟੈਂਸ ਹੋਇਆ ਕਰੂ ਉਹਨੂੰ ਹਮੇਸ਼ਾ ਅਸੀਂ ਕਿਹਦੇ ਨਾਲ ਲਿਖਿਆ ਕਰਾਂਗੇ ਯੂ ਦੇ ਨਾਲ, ਉਹ ਵੀ ਸਮਾਲ। ਜਿੱਥੇ ਸਾਡੀ ਇਮੇਜ ਬਣਿਆ ਕਰੂ ਉਹਦੇ ਤੱਕ ਦਾ ਜਿਹੜਾ ਗੈਪ ਹੋਇਆ ਕਰੂ ਉਹ ਅਸੀਂ ਕਿਹਦੇ ਨਾਲ ਮੈਂਸ਼ਨ ਕਰਿਆ ਕਰਾਂਗੇ ਇੱਕ ਬੀ ਦੇ ਨਾਲ। ਆ ਤੁਹਾਨੂੰ ਪਤਾ ਹੀ ਹੈ ਫੋਕਲ ਲੈਂਥ, ਫੋਕਸ ਦੂਰੀ ਇਹ ਹੋਇਆ ਕਰੂਗੀ। ਇਹ ਸਾਈਨ ਕਨਵੈਨਸ਼ਨਸ ਨੇ, ਇਹਨਾਂ ਨੂੰ ਫੋਲੋ ਕਰਕੇ ਆਪਾਂ ਨੂਮੈਰੀਕਲ ਕਰਨਾ ਹੈ। नेक्स्ट पार्ट अपने को आ गया मिरर फार्मूला। ਹੁਣ ਤੁਸੀਂ ਬੀ ਤੇ ਯੂ ਤਾਂ ਸਟੱਡੀ ਕਰ ਹੀ ਲਏ ਵੀ ਕੀ ਹੁੰਦੇ, ਹੁਣ ਆਪਾਂ ਕੀ ਦੇਖਣਾ ਹੈਗਾ ਵੀ ਮਿਰਰ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਕੀ ਹੈ। ਜੇ ਤੁਹਾਨੂੰ ਪੁੱਛ ਲੈਣ ਵੀ ਪੇਪਰ ਦੇ ਵਿੱਚ ਕੁਐਸਚਨਸ ਵੀ ਮਿਰਰ ਫਾਰਮੂਲਾ ਕਿਹੜਾ ਹੈ ਉਹਨੂੰ ਟਿਕ ਕਰੋ, ਜਿਹੜਾ ਕਰੈਕਟ ਫਾਰਮੂਲਾ ਹੈ ਮਿਰਰ ਦਾ ਉਹਨੂੰ ਟਿਕ ਕਰਨਾ ਤਾਂ ਧਿਆਨ ਰੱਖਣਾ ਤੁਸੀਂ 1/b ਇੱਥੇ ਪਲੱਸ ਹੋਊਗੀ ਹਮੇਸ਼ਾ 1/b ਇਕੁਅਲ ਟੂ प्लस 1/u इक्वल टू की होगा 1/f। u ਤੁਹਾਨੂੰ ਪਤਾ ਲੱਗ ਗਿਆ ਵੀ ਮਿਰਰ ਤੋਂ ਜਿੰਨੀ ਦੂਰ ਇੱਕ ਆਬਜੈਕਟ ਰੱਖਿਆ ਜਾਊਗਾ ਉਹਨੂੰ ਅਸੀਂ u ਕਹਿੰਦੇ, ਜਿੰਨੀ ਦੂਰ ਉਹਦੀ ਇੱਕ ਮਿਰਰ ਤੋਂ ਲੈ ਕੇ ਇਮੇਜ ਬਣੂਗੀ ਉਹਨੂੰ ਅਸੀਂ ਕਹਿੰਦੇ b। f ਤੱਕ ਜਿਹੜਾ ਉਹ ਕੀ ਹੋਊਗੀ ਫੋਕਲ ਲੈਂਥ। ਪੇਪਰ ਦੇ ਵਿੱਚ ਤਿੰਨਾਂ ਚੋਂ ਕੋਈ ਵੀ ਦੋ ਪਾਰਟ ਗਿਵਨ ਹੁੰਦੇ, ਥਰਡ ਅਸੀਂ ਸੋਲਵ ਕਰ। ਅਗਲਾ ਪਾਰਟ ਹੈਗਾ ਇਹਨੂੰ ਪੰਜਾਬੀ ਚ ਵੀ ਦੱਸਦਾ ਵੀ ਨਾਲ ਸਕਿਪ ਹੋ ਗਿਆ ਸੀ, ਦਰਪਣ ਸੂਤਰ। ਜੇ ਤੁਹਾਨੂੰ ਪੁੱਛਿਆ ਜਾਂਦਾ ਹੈ u ਅਤੇ b ਦੇ ਵਿਚਕਾਰ ਕੀ ਰਿਲੇਸ਼ਨ ਹੈ, ਕੀ ਸੰਬੰਧ ਹੈ ਇਹ ਦੱਸੋ, ਤਾਂ ਤੁਸੀਂ ਇਹ ਵਾਲੀ ਆਪਸ਼ਨ ਟਿਕ ਕਰੋਗੇ ਜਿਹਦੇ ਵਿੱਚ ਇਹ ਤਿੰਨੋਂ ਮੈਂਸ਼ਨ ਹੋਣਗੇ। ਹਾਂ ਸਿੰਬਲ ਇੱਥੇ ਧਿਆਨ ਰੱਖਿਓ ਇਹ ਸਮਾਲ ਹੀ ਹੋਣਗੇ, b ਵੀ ਸਮਾਲ ਰਹੂਗੀ u ਵੀ ਤੇ f ਵੀ। अगला पार्ट है साडे कोल मैग्नीफिकेशन। मैग्नीफिकेशन का मतलब की ਹੁੰਦਾ वर्ड दर्शन भी ਉਹਨੂੰ ਕਿੰਨਾ ਕੁ ਵੱਡਾ ਕਰਕੇ ਜਾਂ ਛੋਟਾ ਕਰਕੇ ਸਾਨੂੰ ਦਰਸ਼ਨ ਕਰਵਾਉਂਦਾ ਕਿਸੇ ਵੀ ਚੀਜ਼ ਦੇ, ਉਹਨੂੰ ਕੀ ਕਹਿੰਦੇ ਹੈਗੇ ਵਰਡ ਦਰਸ਼ਨ। ਤਾਂ ਫਿਰ ਵਰਡ ਦਰਸ਼ਨ ਜਿਹੜਾ ਵੀ ਉਹਦਾ ਸਾਈਨ ਕੀ ਹੁੰਦਾ ਇਹ ਆਪਾਂ ਧਿਆਨ ਚ ਰੱਖਾਂਗੇ m, ਉਹ ਵੀ ਸਮਾਲ। ਇਹਦੀ ਡੈਫੀਨੇਸ਼ਨ ਚ ਦੇਖੀਏ ਅਸੀਂ ਉੱਪਰ ਕੀ ਰੱਖਣੀ ਹੁੰਦੀ ਹੈ ਹਾਈਟ ਆਫ ਇਮੇਜ ਤੇ नीचे हाइट ऑफ ऑब्जेक्ट। हाइट ਜਿਹੜੀ ਇਮੇਜ ਦੀ ਉਹਨੂੰ ਅਸੀਂ i ਨਾਲ ਲਿਖ ਲੈਂਦੇ ਹਾਂ, ਆਬਜੈਕਟ ਦੀ ਇਮੇਜ ਨੂੰ ਕੀ ਰੱਖ ਲੈਂਦੇ ਅਸੀਂ ਉਹਦੇ ਪੈਰ ਚ ਉਹ ਪਾ ਦਿੰਦੇ। ਅਗਲਾ ਇੱਕ ਤਾਂ ਇਹ ਫਾਰਮੂਲਾ ਇਹਦੇ ਅਕੋਰਡਿੰਗ ਤੁਸੀਂ ਇਹਨੂੰ ਡਿਫਾਈਨ ਕਰ ਸਕਦੇ ਹੋ। ਦੂਸਰਾ ਕਿਹਦੇ ਅਕੋਰਡਿੰਗ ਡਿਫਾਈਨ ਕਰਦੇ ਹੋ ਤੁਸੀਂ ਮੈਂਸ ਉੱਪਰ ਰੱਖ ਦਿਓ ਇਮੇਜ ਦਾ ਡਿਸਟੈਂਸ ਤੇ नीचे ऑब्जेक्ट ਦਾ डिस्टेंस, यानी कि मैंस b upon u भी ਤੁਸੀਂ यूज कर सकते हो किहदे लई एक मैग्नीफिकेशन दे। क्लीयर हो गया तुहानूं? ਇਹ 'ਚੋਂ कुछ पूछ सकते हो दोबारा नहीं, इसनूं मैं लीनियर मैग्नीफिकेशन ਦੇ 1-2 बेस होर करवाने ਜਿਹੜੇ ਤੁਹਾਡੇ ਲਈ बहुत इंपॉर्टेंट है MCQs के लिए। बच्चे तक क्लीयर है तो सी कर दो। जो कोई डाउट है किसी का तो मैं इथों रिवाइज करवा लो दोबारा।
नेक्स्ट भी फिर ये वो पार्ट है भी ये जो थोड़े ओके बच्चे छोड़ो देखो भी ਆਪਾਂ ਮੈਗਨੀਫਿਕੇਸ਼ਨ ਪੜ੍ਹ ਲਈ ਪ੍ਰਦਰਸ਼ਨ ਇਹਦੇ ਵਿੱਚ ਅਸੀਂ ਕੀ ਧਿਆਨ ਰੱਖਣਾ ਹੈ ਕਿ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਵੀ m ਇਕੁਅਲ ਟੂ 1 ਨਾਲ ਤੁਹਾਨੂੰ ਕੀ ਇਨਫੋਰਮੇਸ਼ਨ ਮਿਲਦੀ ਹੈ m ਦੀ ਵੈਲਿਊ ਜਦੋਂ 1 ਤੋਂ ਵੱਧ ਹੁੰਦੀ ਹੈ ਫਿਰ ਕੀ ਇਨਫੋਰਮੇਸ਼ਨ ਦੇ ਰਹੇ ਸਾਨੂੰ ਇਹ ਜਦੋਂ ਇਹਦੀ ਵੈਲਿਊ 1 ਤੋਂ ਲੈਸ ਆ ਰਹੀ ਹੈ ਤਾਂ ਇਹਦੀ ਕੀ ਇਨਫੋਰਮੇਸ਼ਨ ਤੁਹਾਨੂੰ ਇਹ ਤੋਂ ਮਿਲ ਰਹੀ ਹੈ ਆਪਸ਼ਨਸ ਦੇ ਵਿੱਚ ਤੁਹਾਨੂੰ ਟਿਕ ਕਰਨਾ ਆ ਸਕਦਾ ਹੈ ਕਿਉਂਕਿ ਇਹਦੇ ਰਿਗਾਰਡਿੰਗ ਕੁਐਸਚਨ ਪੁੱਛ ਕੇ ਉਹ ਇਸ ਦੀ ਆਪਸ਼ਨਸ ਬਣਾ ਦੇਣਗੇ ਤੁਹਾਨੂੰ ਪੇਪਰ ਵਿੱਚ A B ਤੇ C ਹੁਣ M1 ਆਪਾਂ ਮੈਗਨੀਫਿਕੇਸ਼ਨ ਪਿੱਛੇ ਕਰਿਆ ਵੀ ਉੱਪਰ ਹਾਈਟ ਕਿਹਦੀ ਰੱਖ ਲਓ ਇਮੇਜ ਦੀ ਤੇ ਨੀਚੇ ਹਾਈਟ ਕਿਹਦੀ ਰੱਖ ਲਓ ਆਬਜੈਕਟ ਦੀ ਹੁਣ ਤੁਸੀਂ ਦੇਖੋ ਵੀ ਆਪਾਂ ਆਬਜੈਕਟ ਰੱਖਿਆ ਜਿਹੜਾ ਤੇ ਇਮੇਜ ਬਣੀ ਹੈ ਜੇ ਦੋਨਾਂ ਦਾ ਸਾਈਜ਼ ਜਿਹੜਾ ਉਹ ਸੇਮ ਆ ਗਿਆ ਉੱਪਰ ਵੀ ਉਨੀ ਹਾਈਟ ਹੋਈ ਨੀਚੇ ਵੀ ਉਨੀ ਹੋਈ ਤਾਂ ਤੁਹਾਡੇ ਕੋਲ ਸੇਮ ਵੈਲਿਊ ਦੇ ਨਾਲ ਸੇਮ ਵੈਲਿਊ ਡਿਵਾਈਡ ਕਰੋਗੇ ਜੇ ਉੱਪਰ ਵੀ 4 ਹੈ ਨੀਚੇ ਵੀ 4 ਬਣ ਗਿਆ ਤਾਂ ਕੈਂਸਲ ਕਰਕੇ ਕਿੰਨਾ ਆਜੂ 1 ਯਾਨੀ ਕਿ ਜਦੋਂ M1 ਹੋ ਤਾਂ ਤੁਹਾਡੀ ਜਿਹੜੀ ਇਮੇਜ ਹੈ ਤੇ ਆਬਜੈਕਟ ਦੋਨਾਂ ਦਾ ਸਾਈਜ਼ ਕੀ ਹੋ ਜਾਣਾ ਹੈਗਾ ਸੇਮ ਇਹ ਤੁਹਾਡਾ ਸੈਕੰਡ ਵਾਲਾ ਕੇਸ ਬਣ ਜੂ ਵੀ ਦੋਨਾਂ ਦਾ ਸਾਈਜ਼ ਆਕਾਰ ਬਰਾਬਰ ਹੋਊਗਾ ਅਗਲੀ ਚੀਜ਼ ਜੇ ਆਪਾਂ ਧਿਆਨ ਦਈਏ m ਗ੍ਰੇਟਰ ਦੈਨ 1 ਹੁਣ m ਵੱਡਾ ਕਿਦੋਂ ਆਊਗਾ m ਦੇ ਵਿੱਚ ਅਸੀਂ ਉੱਪਰ ਕਿਹਨੂੰ ਰੱਖਣਾ ਹੈ ਹਾਈਟ ਇਮੇਜ ਦੀ ਤੇ ਨੀਚੇ ਕਿਹਦੀ ਰੱਖਣੀ ਹੈ ਅਸੀਂ ਆਬਜੈਕਟ ਦੀ ਹੁਣ ਤੁਹਾਨੂੰ ਪਤਾ ਹੈ ਵੀ ਜੇ ਅਸੀਂ ਇਮੇਜ ਦੀ ਹਾਈਟ ਉੱਪਰ ਵੱਡੀ ਹੋ ਫਿਰ ਕੀ ਹੋਊਗਾ ਸਾਡੇ ਕੋਲ ਆਨਸਰ 1 ਤੋਂ ਵੱਧ ਆਊਗਾ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਜਦੋਂ ਅਸੀਂ 2 ਨੂੰ 3 ਨਾਲ ਡਿਵਾਈਡ ਕਰਾਂਗੇ ਇੱਕ ਪਾਸੇ 3 ਨੂੰ 2 ਨਾਲ ਇਹਦੇ ਵਿੱਚ ਤਾਂ 1 ਪੁਆਇੰਟ ਸਮਥਿੰਗ ਕੁਛ ਆਊਗਾ 5 ਇਹਦੇ ਵਿੱਚ 0 ਪੁਆਇੰਟ ਸਮਥਿੰਗ ਆਊਗਾ ਕੁਛ ਕਿਉਂਕਿ 2 ਦੇ ਨੀਚੇ 3 ਨਹੀਂ ਲੱਗਣਾ ਤਾਂ ਉੱਪਰ ਆਪਣੇ ਕੋਲ ਇਮੇਜ ਦਾ ਸਾਈਜ਼ ਵੱਡਾ ਆ ਗਿਆ ਤਾਂ ਕੀ ਹੋ ਜੂ ਤੁਹਾਡੀ ਮੈਗਨੀਫਿਕੇਸ਼ਨ ਜਿਹੜੀ ਉਹ 1 ਤੋਂ ਜ਼ਿਆਦਾ ਹੋਊਗੀ ਤਾਂ ਇਹਦਾ ਮਤਲਬ ਇਮੇਜ ਮੈਗਨੀਫਾਈਡ ਕਿਦੋਂ ਬਣਦੀ ਹੈ ਜਦੋਂ ਸਾਡੇ ਕੋਲ m ਦੀ ਵੈਲਿਊ 1 ਤੋਂ ਇਹਦੀ 1 ਤੋਂ ਜ਼ਿਆਦਾ ਹੋਊਗੀ ਫਿਰ ਲੈਸ ਵਾਲਾ ਕੇਸ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਵੈਸੇ ਇਹ ਕਿਦੋਂ ਯੂਜ਼ ਕਰਨਾ ਹੁਣ ਉੱਪਰ ਜਿਹੜੀ ਇਮੇਜ ਹੈ ਉਹ ਰਹਿ ਜਾਣੀ ਹੈ ਛੋਟੀ ਤੇ ਆਬਜੈਕਟ ਦਾ ਸਾਈਜ਼ ਕੀ ਹੋ ਜਾਣਾ ਵੱਡਾ ਇਹ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਵੀ ਮਿਰਰ ਤੋਂ ਅਸੀਂ ਜਿਹੜਾ ਆਬਜੈਕਟ ਹੈ ਉਹ ਜ਼ਿਆਦਾ ਦੂਰ ਕਿੱਥੇ ਰੱਖਿਆ ਹੋਇਆ ਹੈ ਕਿਹੜੇ ਕੇਸ ਵਿੱਚ ਇਸ ਦੇ ਵਿੱਚ ਨੇੜੇ ਕਿੱਥੇ ਰੱਖਿਆ ਹੋਇਆ ਇਸ ਕੇਸ ਦੇ ਵਿੱਚ ਇੱਥੇ ਆਪਾਂ ਕਿੱਥੇ ਰੱਖਿਆ ਹੋਇਆ ਸੈਂਟਰ ਤੇ ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ m ਦੇ ਦੂ ਪਤਾ ਤੇ ਇੱਥੇ m ਨਹੀਂ ਆਜੂ ਤੁਹਾਡੇ ਕੋਲ ਲੈਸ ਦਾ ਕੇਸ ਤਾਂ ਤੁਹਾਡੀ ਇਮੇਜ ਕੀ ਬਣੂ ਇੱਥੇ ਡਿਮਿਨਿਸ਼ਡ ਇਸ m ਤੱਕ ਵੀ ਇਹ ਨਿਊਮੈਰੀਕਲਸ ਦੇ ਵਿੱਚ ਵੀ ਹੈਲਪ ਕਰੂ ਤੁਹਾਡੀ m ਦੀ ਵੈਲਿਊ ਜਿਹੜੀ ਤੇ ਇਹਦਾ ਫਾਰਮੂਲੇ ਜਿਹੜੇ ਦੋ ਆਪਾਂ ਸਟੱਡੀ ਕਰਦੇ ਹਾਂ ਨੈਕਸਟ ਤੁਹਾਨੂੰ m ਦੇ ਨਾਲ ਰਿਲੇਟਡ ਜਿਹੜਾ MCQ ਬਣੂਗਾ ਉਹਦੇ ਵਿੱਚ ਹੈਲਪ ਤਾਂ ਇਹਦੇ ਵਿੱਚ ਕੋਈ ਡਾਊਟ ਸਟੂਡੈਂਟਸ ਤਾਂ ਪੁੱਛੋ क्लियर है सर